सत श्री अकाल बच्चों। अज असी पाठ पढ़ांगे 9वां ते इहदा नाम हैगा यात्रा श्री अमरनाथ। ये 6वीं जमात का पाठ हैगा ते इसका लेखक जिहड़ा अमरीक सिंह दयाल है। ते तुसी देख रहे हो यूट्यूब चैनल पंजाबी जर्नी ते मेरा जिहड़ा चैनल है उन्होंने सबसक्राइब करो ते नाल बैल आइकन भी जरूर दबाओ तां जो अगले लैसन तुहानूं आसानी नाल मिल सकन। चलो शुरू करते हैं तुहाडा पाठ यात्रा श्री अमरनाथ। जिवें कि आपां नूं पता है कि जदों असीं किते घुम्मण फिरन वास्ते जाने हैं तो उत्थों दे बारे च आपां जानकारी इकट्ठी करते हैं। जिहड़ा ये लैसन है ये भी लेखक द्वारा वो जानकारी इकट्ठी करके ते उसने फिर इसनूं एक निबंध के रूप में लिखिया। ते आपां देख सकते हैं इहदियां तस्वीरां। तस्वीर विच देख सकते हैं आपां बाबा बर्फानी दी वो जगह जिथे शिवलिंग बनता है। ये बर्फ का बनया होया एक बहुत ही प्यारा शिवलिंग है जिहदा काफ़ी बड़ा आकार हुंदा है ते धर्म स्थान होने करके लोकी इत्थे जांदे ने। कहंदे ने सुनिया कि इत्थे शिव जी ने अपने जिहड़ी पार्वती सी अपनी पत्नी उन्हां नूं इत्थे अमर कथा सुनाई सी। आ देखो किड्डियां लंमियां लाइनां लगियां ते ये गर्मियां का दृश्य है। जदों गर्मियां दे विच शिवलिंग जिहड़ा पिघल जांदा ते फिर उसका दृश्य इस तरह का दिसदा। चलो आओ आपां ये पाठ पढ़ते हैं, इहदा सार आपां समझण दी कोशिश करते हैं। लेखक दसदा कि गर्मियां दीयां छुट्टियां शुरू होने तो पहला साथियों विच चर्चा शुरू हो गई कि ऐतकी छुट्टियां किवें बिताईयां जाण। साथियों ने कई स्थानां ते जाण दी सलाह बनाई पर अखीर च गल श्री अमरनाथ दे आके रुक गई। ਇਹ ਸਥਾਨ ਜੰਮੂ ਕਸ਼ਮੀਰ ਪ੍ਰਾਂਤ ਵਿੱਚ ਪੈਂਦਾ ਹੈ। ਇਸ ਬਾਰੇ ਸਾਰੇ ਸਹਿਮਤ ਹੋ ਗਏ ਕਿਉਂਕਿ ਇਹ ਸਥਾਨ ਪਹਿਲਾਂ ਸਾਡੇ ਵਿੱਚੋਂ ਕਿਸੇ ਨੇ ਵੀ ਨਹੀਂ ਦੇਖਿਆ ਸੀ। ਇਸ ਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਚੱਲਣ ਲਈ ਦਿਨ ਮਿੱਥ ਲਿਆ ਗਿਆ। ਦਿਨ ਮਿੱਥਣਾ ਮਤਲਬ ਡਿਸਾਈਡ ਕਰਨਾ ਕਿ ਇਸ ਦਿਨ ਆਪਾਂ ਜਾਵਾਂਗੇ। ਅੱਗੇ ਦੱਸਦਾ ਹੋ ਕਿ ਗੜਸ਼ੰਕਰ ਤੋਂ ਯਾਤਰੀ ਬੱਸ ਫੜ ਕੇ ਅਸੀਂ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12 ਵਜੇ ਲਖਨਪੁਰ ਸਰਹੱਦ ਤੇ ਪਹੁੰਚੇ। ਇੱਥੋਂ ਜੰਮੂ ਕਸ਼ਮੀਰ ਪ੍ਰਾਂਤ ਸ਼ੁਰੂ ਹੁੰਦਾ ਹੈ। ਇੱਥੇ ਚੈਕਿੰਗ ਅਤੇ ਟੈਕਸ ਅਦਾ ਕਰਨ ਲਈ ਕਾਫੀ ਸਮਾਂ ਰੁਕਣਾ ਪਿਆ। ਜ਼ਿਆਦਾਤਰ ਯਾਤਰੀ ਇੱਥੋਂ ਦੇ ਮਸ਼ਹੂਰ ਪਕਵਾਨ ਲੱਡੂਆਂ ਦਾ ਸਵਾਦ ਚੱਖ ਰਹੇ ਸਨ। ਪਕਵਾਨ ਵੱਖ-ਵੱਖ ਚੀਜ਼ਾਂ ਜਿੱਦਾਂ ਆਪਾਂ ਬਣਾ ਲੈਂਦੇ ਆ ਖਾਣ ਵਾਸਤੇ ਤੇ ਇੱਥੋਂ ਦੇ ਲੱਡੂ ਬੜੇ ਮਸ਼ਹੂਰ ਨੇ ਤੇ ਉਹ ਦੱਸਦਾ। ਰਾਤ 2 ਵਜੇ ਦੇ ਕਰੀਬ ਬੱਸ ਚੱਲੀ ਅਤੇ ਨੀਂਦ ਦੀ ਘੁੱਕੀ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਬੀਤ ਗਈ। ਜਦੋਂ ਮੂੰਹ ਹਨੇਰੇ ਚਨੈਨੀ ਨਾਮਕ ਸਥਾਨ ਤੇ ਪਹੁੰਚੇ ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਚੁੱਕੇ ਸਨ। ਰਸਤੇ ਵਿੱਚ ਵਿਰਲੇ ਵਿਰਲੇ ਲੰਗਰ ਵੀ ਚੱਲ ਰਹੇ ਸਨ। ਪਤਨੀ ਟਾਪ ਪਹੁੰਚੇ ਤਾਂ ਰਮਣੀਕ ਵਾਦੀਆਂ 'ਚ ਘਿਰੇ ਦਿਓਦਾਰ ਦੇ ਰੁੱਖ ਜਿਹੜੇ ਨੇ ਉਹ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਇੱਥੇ ਰੁਮਕਦੀ ਠੰਡੀ ਹਵਾ ਨਾਲ ਪਿਛਲੇ ਮੈਦਾਨੀ ਇਲਾਕਿਆਂ ਦੀ ਅਤ ਗਰਮੀ ਤੋਂ ਰਾਹਤ ਮਿਲੀ। ਰਾਮਬਣ ਤੋਂ ਅੱਗੇ 2.5 ਕਿਲੋਮੀਟਰ ਲੰਮੀ ਜਵਾਹਰ ਸੁਰੰਗ ਪਾਰ ਕਰਨੀ ਪਈ। ਸੁਰੰਗ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਉਹ ਗੁਫਾ ਜੇ ਟਾਈਪ ਦੇ ਵਿੱਚ ਔਰ ਵਿੱਚੋਂ ਦੀ ਲੰਘ ਕੇ ਯਾਤਰੀ ਜਿਹੜੇ ਨੇ ਲੰਘਦੇ ਨੇ। ਗੱਡੀਆਂ ਕਾਰਾਂ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਇਹਨਾਂ ਸੁਰੰਗਾਂ ਵਿੱਚੋਂ ਲੰਘ ਕੇ ਜਾਂਦੀਆਂ ਨੇ ਤੇ ਉਹ ਬਹੁਤ ਘੁੱਪ ਹਨੇਰਾ ਹੁੰਦਾ। ਤੋ ਅੱਗੇ ਚੱਲਦੇ ਹਾਂ। ਕਾਜੀ ਕੁੰਡ ਤੋਂ ਅਨੰਤਨਾਗ ਹੁੰਦੇ ਹੋਏ ਅਸੀਂ ਸ਼ਾਮ 5 ਵਜੇ ਪਹਿਲਗਾਮ ਪਹੁੰਚੇ। ਇਹ ਜਗ੍ਹਾ ਦਾ ਨਾਮ ਹੈ ਪਹਿਲਗਾਮ। ਇੱਥੋਂ ਦੇ ਕੁਦਰਤੀ ਨਜ਼ਾਰੇ ਦੇਖਣਯੋਗ ਹਨ। ਇੱਥੇ ਸੁਰੱਖਿਆ ਘੇਰੇ ਨਾਲ ਘਿਰੇ ਬੇਸ ਕੈਂਪ ਵਿੱਚ ਦਾਖਲ ਹੋ ਕੇ ਇੱਕ ਟੈਂਟ ਕਿਰਾਏ ਤੇ ਲੈ ਲਿਆ। ਬੇਸ ਕੈਂਪ ਦਾ ਮਤਲਬ ਜਿਹੜਾ ਹੇਠਲੇ ਪਾਸੇ ਜਗ੍ਹਾ ਜਿੱਥੇ ਮਤਲਬ ਅੱਗੇ ਦੀ ਯਾਤਰਾ ਜਿਹੜੀ ਸਟਾਰਟ ਹੁੰਦੀ ਹੈ। ਇੱਥੇ ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਮੁਸਾਫਰਾਂ ਲਈ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਸਨ। ਇੱਥੇ ਮੈਡੀਕਲ ਕੈਂਪ ਤੇ ਮੁਸਾਫਰਾਂ ਦੀ ਸਹੂਲਤ ਲਈ ਆਰਜੀ ਤੌਰ ਉੱਤੇ ਪਖਾਨੇ ਤੇ ਗੁਸਲਖਾਨੇ ਵੀ ਬਣਾਏ ਗਏ ਸਨ। ਇੱਥੇ ਲੰਗਰ ਪਾਣੀ ਛਕਣ ਪਿੱਛੋਂ ਜਦੋਂ ਬਿਸਤਰਿਆਂ ਵਿੱਚ ਬੜੇ ਤਾਂ ਆਕਾਸ਼ ਵਿੱਚ ਬਦਲਵਾਈ ਸੀ। ਅਸੀਂ ਸਵੇਰੇ ਅਜੇ ਰਜਾਈਆਂ ਵਿੱਚ ਹੀ ਸਾਂ ਤਾਂ ਸੂਚਨਾ ਮਿਲੀ ਕਿ ਸੂਚਨਾ ਦਾ ਮਤਲਬ ਹੁੰਦਾ ਮੈਸੇਜ ਮਿਲਣਾ। ਤਾਂ ਸੂਚਨਾ ਮਿਲ ਗਈ ਕਿ ਸ਼ੇਸ਼ਨਾਗ ਅਤੇ ਉੱਪਰਲੇ ਇਲਾਕਿਆਂ ਵਿੱਚ ਭਾਰੀ ਵਰਖਾ ਕਾਰਨ ਅੱਜ ਯਾਤਰਾ ਰੁਕੀ ਰਹੇਗੀ। ਤੀਜੇ ਦਿਨ ਤੜਕੇ ਯਾਤਰਾ ਚਾਲੂ ਹੋਣ ਦੀ ਖਬਰ ਮਿਲੀ। ਯਾਤਰੂ ਨਹਾ ਧੋ ਕੇ ਆਪਣਾ ਸਮਾਨ ਸੰਭਾਲਣ ਲੱਗੇ। ਭਾਰੀ ਸਮਾਨ ਬੱਸਾਂ ਅਤੇ ਹੋਰ ਵਾਹਨਾਂ ਵਿੱਚ ਰੱਖ ਕੇ ਇੱਥੋਂ ਪਿੱਠੂ ਬੈਗ ਰਾਹੀਂ, ਪਿੱਠੂ ਬੈਗ ਉਹ ਹੁੰਦੇ ਜਿਹੜੇ ਬੈਕ ਸਾਈਡ ਤੇ ਪਾਏ ਜਾਂਦੇ ਜਿੱਦਾਂ ਤੁਸੀਂ ਬੈਗ ਪਾਉਂਦੇ ਹੋ ਉਸ ਤਰ੍ਹਾਂ ਦੇ ਹੁੰਦੇ ਆ। ਪਿੱਠੂ ਬੈਗ ਰਾਹੀਂ ਲੋੜੀਂਦਾ ਸਮਾਨ ਹੀ ਨਾਲ ਲਿਜਾਇਆ ਜਾਂਦਾ ਹੈ। ਲੋੜੀਂਦਾ ਸਮਾਨ ਜਾਨੀ ਕਿ ਜ਼ਰੂਰੀ ਵਸਤੂਆਂ ਹੀ ਅੱਗੇ ਜਾਂਦੀਆਂ। ਇੱਥੋਂ ਪਵਿੱਤਰ ਗੁਫਾ ਤੱਕ ਜਾਣ ਲਈ 2 ਰਸਤੇ ਹਨ। ਇੱਕ ਰਸਤਾ ਪਹਿਲਗਾਮ ਤੋਂ ਚੰਦਨਵਾੜੀ ਤੇ ਸ਼ੇਸ਼ਨਾਗ ਤੋਂ ਪੰਜਤਰਨੀ ਹੋ ਕੇ ਜਾਂਦਾ ਹੈ, ਜਦਕਿ ਦੂਸਰਾ ਰਸਤਾ ਬਲਟਾਨ ਰਾਹੀਂ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ। ਜਿਹੜੇ ਯਾਤਰੀ ਪਹਿਲਗਾਮ ਤੋਂ ਯਾਤਰਾ ਚਾਲੂ ਕਰਦੇ ਹਨ
ਉਹ ਵਾਪਸੀ ਬਲਟਾਨ ਰਾਹੀਂ ਆਉਂਦੇ ਹਨ। ਉਹਨਾਂ ਦੀਆਂ ਬੱਸਾਂ ਬਲਟਾਨ ਪਹੁੰਚ ਜਾਂਦੀਆਂ ਹਨ। ਵਧੇਰੇ ਯਾਤਰੀ ਬਲਟਾਨ ਰਾਹੀਂ ਹੀ ਆਉਂਦੇ ਜਾਂਦੇ ਹਨ। ਅਸੀਂ ਚੰਦਨਵਾੜੀ ਤੋਂ ਯਾਤਰਾ ਸ਼ੁਰੂ ਕੀਤੀ। ਇੱਥੋਂ ਪੈਦਲ ਯਾਤਰਾ ਆਰੰਭ ਹੁੰਦੀ ਹੈ। ਤਿੱਖੀ ਚੜ੍ਹਾਈ ਚੜ੍ਹਨ ਲਈ ਯਾਤਰੀਆਂ ਕੋਲ ਡੰਡਾ ਹੋਣਾ ਲਾਜ਼ਮੀ ਹੈ। ਇੱਥੋਂ ਸ਼ੇਸ਼ਨਾਗ 8 ਕਿਲੋਮੀਟਰ ਦੂਰ ਹੈ। ਚੱਲਣ ਤੋਂ ਅਸਮਰਥ ਯਾਤਰੀ ਘੋੜੇ ਕਰ ਲੈਂਦੇ ਹਨ। ਮਤਲਬ ਘੋੜੇ ਕਰ ਲੈਂਦੇ ਦਾ ਮਤਲਬ ਘੋੜੇ ਦੇ ਉੱਤੇ ਜਾਂਦੇ ਨੇ। ਜ਼ਿਆਦਾਤਰ ਘੋੜੇ ਵਾਲੇ ਡੂੰਘੀਆਂ ਖਾਈਆਂ ਵੱਲ ਚੱਲਦੇ ਹਨ ਅਤੇ ਯਾਤਰੀਆਂ ਨੂੰ ਪਹਾੜ ਵੱਲ ਜਾਣ ਲਈ ਆਵਾਜ਼ਾਂ ਦਿੰਦੇ ਹਨ। ਪਿੱਸੂ ਘਾਟੀ ਤੱਕ ਚੜ੍ਹਾਈ ਬਹੁਤ ਤਿੱਖੀ ਹੈ। ਰਾਹ ਵਿੱਚ ਕੁਦਰਤ ਦੇ ਅਦਭੁਤ ਨਜ਼ਾਰੇ ਹਨ। ਇੱਕ ਪਾਸੇ ਬਰਫ਼ ਦੇ ਪਹਾੜ ਹਨ ਅਤੇ ਦੂਜੇ ਪਾਸੇ ਰੁੰਡ-ਮੁੰਡ ਪਹਾੜੀਆਂ। ਰੁੰਡ-ਮੁੰਡ ਦਾ ਮਤਲਬ ਜਿਨ੍ਹਾਂ ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੈ, ਕੋਈ ਦਰਖਤ ਬੇਲ ਬੂਟੇ ਨਹੀਂ ਹੈ। ਮੌਸਮ ਦੇ ਮਿਜਾਜ ਦਾ ਵੀ ਕੋਈ ਪਤਾ ਨਹੀਂ ਚੱਲਦਾ। ਸ਼ੇਸ਼ਨਾਗ ਪਹੁੰਚਣ ਤੋਂ ਪਹਿਲਾਂ ਹੀ ਵਰਖਾ ਚਾਲੂ ਹੋ ਗਈ। ਵਰਦੇ ਮੀਂਹ ਵਿੱਚ ਹੀ ਅਸੀਂ ਸ਼ੇਸ਼ਨਾਗ ਪਹੁੰਚੇ। ਇੱਥੇ ਅਸੀਂ ਰਾਤ ਰੁਕਣਾ ਸੀ। ਲੇਖਕ ਦੱਸਦਾ ਕਿ ਸਵੇਰੇ ਲੰਗਰ ਛਕਣ ਪਿੱਛੋਂ 5 ਤਰਨੀ ਲਈ ਚੱਲ ਪਏ ਤੇ ਦੁਪਹਿਰ ਨੂੰ 5 ਤਰਨੀ ਪਹੁੰਚ ਗਏ। ਇੱਥੇ ਤੰਬੂਆਂ ਵਿੱਚ ਕਾਫੀ ਸ਼ਰਧਾਲੂ ਰੁਕੇ ਹੋਏ ਸਨ। 5 ਤਰਨੀ ਬਾਰੇ ਮਾਨਤਾ ਹੈ ਕਿ ਭਗਵਾਨ ਸ਼ੰਕਰ ਨੇ ਸ਼੍ਰੀ ਅਮਰਨਾਥ ਗੁਫਾ ਵਿੱਚ ਦਾਖਲ ਹੋਣ ਤੋਂ ਪਹਿਲਾਂ 5 ਤੱਤਾਂ ਦਾ ਤਿਆਗ ਕਰਨਾ ਮਤਲਬ ਛੱਡ ਦੇਣਾ। 5 ਤੱਤਾਂ ਦਾ ਤਿਆਗ ਕਰਕੇ ਤਾਂਡਵ ਨਾਚ ਕੀਤਾ ਸੀ। ਅਸੀਂ ਤਿੱਖੀ ਚੜ੍ਹਾਈ ਦੇ ਰਸਤੇ ਹੁੰਦੇ ਹੋਏ ਸ਼ਾਮ ਨੂੰ ਪਵਿੱਤਰ ਗੁਫਾ ਦੇ ਨੇੜੇ ਪਹੁੰਚ ਗਏ। ਰਾਤ ਨੂੰ ਤੰਬੂ ਕਿਰਾਏ ਉੱਤੇ ਲੈ ਲਿਆ ਤੇ ਨਹਾ ਧੋ ਕੇ ਤੜਕੇ 3 ਵਜੇ ਕਤਾਰਾਂ ਵਿੱਚ ਲੱਗ ਗਏ। 8 ਵਜੇ ਦਰਸ਼ਨ ਚਾਲੂ ਹੋਏ ਤੇ ਅਸੀਂ 10 ਵਜੇ ਗੁਫਾ ਵਿੱਚ ਪਹੁੰਚ ਗਏ। ਇੱਥੇ ਭਗਵਾਨ ਸ਼ੰਕਰ ਨੇ ਮਾਤਾ ਪਾਰਵਤੀ ਨੂੰ ਅਮਰ ਕਥਾ ਸੁਣਾਈ ਸੀ। ਅਮਰਨਾਥ ਗੁਫਾ ਦੀ ਸਮੁੰਦਰ ਤਲ ਤੋਂ ਉਚਾਈ 12,729 ਫੁੱਟ ਹੈ। ਦੇਖੋ ਕਿੰਨਾ ਉੱਚਾ ਹੈ ਇਹ ਸਮੁੰਦਰ ਤਲ ਤੋਂ। ਵਾਪਸੀ ਅਸੀਂ ਬਲਟਾਨ ਰਾਹੀਂ ਆਏ। ਪਿਛਲੇ ਵਰਿਆਂ ਦੇ ਮੁਕਾਬਲੇ ਯਾਤਰੀਆਂ ਲਈ ਜ਼ਿਆਦਾ ਸਹੂਲਤਾਂ ਸਨ। ਚੌਥੇ ਦਿਨ ਅਸੀਂ ਅਭੁੱਲ ਯਾਦਾਂ ਲੈ ਕੇ ਵਾਪਸ ਚੱਲ ਪਏ। ਰਾਹ ਵਿੱਚ ਅਸੀਂ ਡੱਲ ਝੀਲ ਅਤੇ ਕਸ਼ਮੀਰ ਦੀਆਂ ਸੁੰਦਰ ਵਾਦੀਆਂ ਨੂੰ ਨੇੜਿਓਂ ਦੇਖਿਆ ਸੀ। ਤੇ ਅੱਗੇ ਆਪਾਂ ਹੁਣ ਅਭਿਆਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਉਹ ਹੈਗਾ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਤੇ ਇਸ ਤਰੀਕੇ ਨਾਲ ਬਾਕੀ ਹੈਗੇ ਇਹ ਮੈਂ ਤੁਹਾਡੇ ਲਈ ਆਨਸਰ ਕੀ ਤਿਆਰ ਕੀਤੀ ਹੋਈ ਹੈ। ਤੇ ਹੁਣ ਆਪਾਂ ਜਿਹੜੇ ਕੁਐਸਚਨਸ ਨੇ ਅਗਲੇ ਉਹ ਆਨਸਰ ਕੀ ਦੇ ਨਾਲ ਕਰਾਂਗੇ। ਹਾਂਜੀ, ਆ ਤੁਹਾਡੇ ਸਾਹਮਣੇ ਆਨਸਰ ਕੀ ਹੈ। ਤੇ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਯਾਤਰਾ ਸ਼੍ਰੀ ਅਮਰਨਾਥ ਦਾ, ਇਹ ਸਭ ਤੋਂ ਪਹਿਲਾ ਕੁਐਸਚਨ ਹੈ ਠੀਕ ਉੱਤਰ ਅੱਗੇ ਨਿਸ਼ਾਨ ਲਗਾਓ। ਇਹ ਮਲਟੀਪਲ ਚੋਇਸ ਦੇ ਕੁਐਸਚਨ ਹੈ। ਤਾਂ ਪਹਿਲਾ ਕੁਐਸਚਨ ਹੈਗਾ ਸ਼੍ਰੀ ਅਮਰਨਾਥ ਅਸਥਾਨ ਕਿਸ ਪ੍ਰਾਂਤ ਵਿੱਚ ਹੈ। ਉੱਤਰ ਪਹਿਲਾ ਹੈਗਾ ਹਿਮਾਚਲ ਪ੍ਰਦੇਸ਼, ਐੜਾ ਹੈ ਜੰਮੂ ਕਸ਼ਮੀਰ ਤੇ ਈੜੀ ਹੈ ਉੱਤਰਾਂਚਲ। ਤੇ ਇਹਦੇ ਵਿੱਚ ਜਿਹੜਾ ਐੜਾ ਆਨਸਰ ਹੈ ਉਹ ਤੁਹਾਡਾ ਬਿਲਕੁਲ ਸਹੀ ਹੈ ਕਿਉਂਕਿ ਇਹ ਜੰਮੂ ਕਸ਼ਮੀਰ ਵਿੱਚ ਸਥਿਤ ਹੈ। ਸੈਕੰਡ ਕੁਐਸਚਨ ਹੈ ਪਹਿਲਗਾਮ ਤੋਂ ਚੰਦਨਵਾੜੀ ਕਿੰਨੀ ਦੂਰ ਹੈ। ਤਾਂ ਉੱਤਰ ਦੇ ਵਿੱਚ ਆਪਾਂ ਦੇਖਦੇ ਹਾਂ 3 ਆਪਸ਼ਨ। ਊੜਾ 16 ਕਿਲੋਮੀਟਰ, ਐੜਾ 26 ਕਿਲੋਮੀਟਰ ਤੇ ਈੜੀ 14 ਕਿਲੋਮੀਟਰ। ਤੇ ਇਹਦਾ ਜਿਹੜਾ ਆਨਸਰ ਸਹੀ ਹੈ ਉਹ ਹੈ 16 ਕਿਲੋਮੀਟਰ ਜੋ ਕਿ ਪਹਿਲਗਾਮ ਤੋਂ ਚੰਦਨਵਾੜੀ ਦਾ ਦੂਰੀ ਹੈ। ਹਾਂਜੀ, ਤੀਜਾ ਪ੍ਰਸ਼ਨ ਹੈ ਜੀ ਤੁਰਨ ਤੋਂ ਅਮਰਨਾਥ ਯਾਤਰੀ ਕਾਹਦੀ ਸਵਾਰੀ ਕਰਦੇ ਹਨ। ਮਤਲਬ ਜੇ ਉਹਨਾਂ ਨੇ ਨਹੀਂ ਤੁਰਨਾ ਤਾਂ ਕਾਹਤੇ ਜਾਂਦੇ ਆ। ਤਾਂ ਊੜਾ ਹੈਗਾ ਘੋੜਾ, ਈੜੀ ਹੈ ਐੜਾ ਹੈ ਊਂਠ ਤੇ ਈੜੀ ਹੈ ਹਾਥੀ। ਤੋ ਘੋੜਾ ਜਿਹੜਾ ਹੈ ਇਹਦਾ ਸਹੀ ਆਨਸਰ ਹੈ ਕਿਉਂਕਿ ਊਂਠ ਤੇ ਹਾਥੀ ਪਥਰੀਲੇ ਇਲਾਕਿਆਂ ਵਿੱਚ ਨਹੀਂ ਚੱਲ ਸਕਦੇ। ਚੌਥਾ ਹੈ ਸ਼੍ਰੀ ਅਮਰਨਾਥ ਗੁਫਾ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ। ਤਾਂ ਇਹਦੇ ਵਿੱਚ 3 ਆਪਸ਼ਨ ਕਿਹੜੇ ਹੈ। ਪਹਿਲਾ ਹੈ ਊੜਾ 14,539 ਫੁੱਟ, ਐੜਾ ਹੈ 12,729 ਫੁੱਟ ਤੇ ਈੜੀ ਹੈ 11,790 ਫੁੱਟ। ਤੇ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਐੜਾ 12,729 ਫੁੱਟ। ਇਸੇ ਤਰੀਕੇ ਨਾਲ ਸਾਡਾ ਜਿਹੜਾ ਪੰਜਵਾਂ ਕੁਐਸਚਨ ਹੈਗਾ ਰਾਹ ਵਿੱਚ ਕਿਹੋ ਜਿਹੇ ਪਹਾੜ ਹਨ। ਤੇ ਊੜਾ ਹੈਗਾ ਚਟਾਨਾ ਖਿਸਕਣ ਵਾਲੇ, ਐੜਾ ਹੈ ਸੰਘਣੇ ਜੰਗਲਾਂ ਵਾਲੇ ਤੇ ਈੜੀ ਹੈ ਹਰੇ ਭਰੇ। तो क्योंकि हरा भरा तो उत्थे एरिया है ही नहीं ते ना ही संघले जंगल हैगे आ ते इस करके उत्तर इहदा चटाना खिसकण वाले जिहड़े पहाड़ उत्थे दिखाई दिंदे ने। हाँ जी, साडा जिहड़ा दूजा प्रश्न है छोटे उत्तरां वाले प्रश्न जिन्हां दे आपां ने जिहड़े जवाब है वो 20 तो 30 शब्दां दे विच देने हुंदे आ। तो सब तो पहला क्वेश्चन हैगा जी अमरनाथ यात्रा लई सारे साथी क्यों सहमत हो गए। तो उत्तर हैगा सारे साथी इसलिए सहमत हो गए क्योंकि ये स्थान पहला किसी ने नहीं सी देखिया। दूजा क्वेश्चन हैगा कि लखनपुर सरहद ते ज़्यादातर यात्री की कर रहे सन। तो उत्तर हैगा लखनपुर सरहद दे उत्ते ज़्यादातर यात्री जिहड़े ने इत्थों दे मशहूर पकवान लड्डूआं दा स्वाद चख रहे सन जिवें कि आपां विच डिस्कस कीता सी। तीजा क्वेश्चन है जी पत्नीटाप दा मौसम किहो जिहा है। तो उत्तर हैगा पत्नीटाप दी रोमकदी हवा ठंडी
ਤੇ ਮੈਦਾਨੀ ਇਲਾਕਿਆਂ ਦੀ ਅਤ ਦੀ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਯਾਨੀ ਕਿ ਪਤਨੀਟਾਪ ਦੀ ਜਿਹੜੀ ਰੁਮਕਦੀ ਠੰਡੀ ਹਵਾ ਦੇ ਕਾਰਨ ਮੈਦਾਨੀ ਇਲਾਕਿਆਂ ਦੀ ਅਤ ਦੀ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਚੌਥਾ, ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਕਿਹੜੇ ਪ੍ਰਬੰਧ ਕੀਤੇ ਗਏ ਹਨ? ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਉੱਤਰ ਵਿੱਚ ਤੇ ਸੁਰੱਖਿਆ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਡੀਕਲ ਕੈਂਪ ਹੈ, ਪਖਾਨੇ ਅਤੇ ਇਸ਼ਨਾਨ ਘਰਾਂ ਦਾ ਪੂਰਾ ਪ੍ਰਬੰਧ ਹੈ, ਲੰਗਰ ਵੀ ਲਗਾਏ ਗਏ ਹਨ। ਤੇ ਜਿਹੜਾ ਇਹਦਾ ਪੰਜਵਾਂ ਕੁਐਸਚਨ ਹੈ ਪਿੱਸੂ ਘਾਟੀ ਤੱਕ ਚੜ੍ਹਾਈ ਕਿਹੋ ਜਿਹੀ ਹੈ? ਤਾਂ ਪਿੱਸੂ ਘਾਟੀ ਤੱਕ ਚੜ੍ਹਾਈ ਜਿਹੜੀ ਹੈ ਉਹ ਤਿੱਖੀ ਹੈ। ਇਹ ਅਸੀਂ ਵਿੱਚ ਪਾਠ ਦੇ ਡਿਸਕਸ ਕੀਤਾ। ਹਾਂਜੀ, ਅੱਗੇ ਸਾਡਾ ਪ੍ਰਸ਼ਨ ਨੰਬਰ 3 ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਆ ਜਾਂਦੇ ਆ। ਤਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ ਉਹਦੇ ਵਿੱਚ ਹੈਗਾ ਵੀ ਲੇਖਕ ਅਤੇ ਉਸਦੇ ਸਾਥੀ ਲਖਨਪੁਰ ਸਰਹੱਦ ਤੱਕ ਕਿਵੇਂ ਪਹੁੰਚੇ? ਤਾਂ ਉੱਤਰ ਦੇ ਵਿੱਚ ਆਪਾਂ ਦੇਖਾਂਗੇ ਕਿ ਗੜਸ਼ੰਕਰ ਤੋਂ ਯਾਤਰੀ ਬੱਸ ਫੜ ਕੇ ਲੇਖਕ ਅਤੇ ਉਸਦੇ ਸਾਥੀ ਚੰਡੀਗੜ੍ਹ ਜੰਮੂ ਮਾਰਗ ਰਾਹੀਂ ਅੱਧੀ ਰਾਤ 12 ਵਜੇ ਲਖਨਪੁਰ ਸਰਹੱਦ ਪਹੁੰਚੇ ਸਨ। ਇਸ ਤਰ੍ਹਾਂ ਹੀ ਸਾਡਾ ਜਿਹੜਾ ਅਗਲਾ ਪ੍ਰਸ਼ਨ ਹੈ ਨੰਬਰ 2 ਵੀ ਲੰਗਰਾਂ ਵਿੱਚ ਕਿਹੜੇ ਕਿਹੜੇ ਪਕਵਾਨ ਪਰੋਸੇ ਜਾਂਦੇ ਹਨ? ਤਾਂ ਉੱਤਰ ਹੈਗਾ ਲੰਗਰਾਂ ਵਿੱਚ ਜਿਹੜੀ ਹੈ ਖੀਰ, ਜਲੇਬੀ, ਕੇਸਰ ਦੁੱਧ, ਮੁਰੱਬਾ ਅਤੇ ਦੱਖਣੀ ਰਾਜਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਪਕਵਾਨ ਪਰੋਸੇ ਜਾਂਦੇ ਹਨ। ਪ੍ਰਸ਼ਨ ਨੰਬਰ 3 ਹੈ ਜੀ, ਤੀਜੇ ਦਿਨ ਸਵਖਤੇ ਯਾਨੀ ਕਿ ਸਵੇਰੇ ਸਵੇਰੇ ਅਨਾਉਂਸਮੈਂਟ ਰਾਹੀਂ ਕੀ ਸੂਚਨਾ ਮਿਲੀ? ਤਾਂ ਉੱਤਰ ਹੈਗਾ ਤੀਜੇ ਦਿਨ ਸਵਖਤੇ ਯਾਤਰਾ ਸ਼ੁਰੂ ਹੋਣ ਦੀ ਸੂਚਨਾ ਅਨਾਉਂਸਮੈਂਟ ਰਾਹੀਂ ਮਿਲੀ ਸੀ। ਚੌਥਾ ਹੈਗਾ ਸ਼੍ਰੀ ਅਮਰਨਾਥ ਗੁਫਾ ਤੱਕ ਪਹੁੰਚਣ ਲਈ ਕਿਹੜੇ ਕਿਹੜੇ ਰਸਤੇ ਹਨ? ਤਾਂ ਉੱਤਰ ਹੈਗਾ ਵੀ ਇਹਦੇ ਵਿੱਚ 2 ਰਸਤੇ ਆਪਾਂ ਡਿਸਕਸ ਕੀਤੇ ਸੀ। ਪਵਿੱਤਰ ਗੁਫਾ ਤੱਕ ਜਾਣ ਲਈ 2 ਰਸਤੇ ਹਨ, ਇੱਕ ਪਹਿਲਗਾਮ ਤੋਂ ਚੰਦਨਵਾੜੀ, ਸ਼ੇਸ਼ਨਾਗ ਅਤੇ ਪੰਜਤਰਨੀ ਹੋ ਕੇ ਜਾਂਦਾ ਹੈ ਤੇ ਦੂਜਾ ਜਿਹੜਾ ਬਾਲਟਾਨ ਰਾਹੀਂ ਪਵਿੱਤਰ ਗੁਫਾ ਤੱਕ ਪਹੁੰਚਦਾ ਹੈ। ਹਾਂਜੀ, ਕੁਐਸਚਨ ਨੰਬਰ 5 ਹੈ ਜੀ, ਪੈਦਲ ਯਾਤਰਾ ਵਿਚਲੇ ਰਸਤੇ ਦੇ ਦ੍ਰਿਸ਼ਾਂ ਦਾ ਵਰਣਨ ਕਰੋ। ਤਾਂ ਉੱਤਰ ਹੈ ਜੀ ਵੀ ਤਿੱਖੀ ਚੜ੍ਹਾਈ ਲਈ ਡੰਡਾ ਹੋਣਾ ਜ਼ਰੂਰੀ ਹੈ, ਇੱਕ ਪਾਸੇ ਪਹਾੜ ਹਨ ਅਤੇ ਦੂਜੇ ਪਾਸੇ ਡੂੰਘੀਆਂ ਖਾਈਆਂ ਹਨ। ਤੁਰਨ ਤੋਂ ਅਮਰਨਾਥ ਯਾਤਰੀ ਘੋੜਿਆਂ ਦਾ ਆਸਰਾ ਲੈਂਦੇ ਹਨ ਅਤੇ ਘੋੜਿਆਂ ਨੂੰ ਡੂੰਘੀਆਂ ਖਾਈਆਂ ਵੱਲ ਚੱਲਣ ਦੀ ਜਿਹੜੀ ਹੈ ਉਹ ਆਦਤ ਹੈ। ਹਾਂਜੀ, ਚੌਥਾ ਜਿਹੜਾ ਤੁਹਾਡਾ ਪ੍ਰਸ਼ਨ ਹੈ ਉਹ ਹੈ ਵਾਕਾਂ ਵਿੱਚ ਵਰਤੋ। ਤੇ ਕੁਝ ਸ਼ਬਦ ਦਿੱਤੇ ਗਏ, ਇਹਨਾਂ ਵਿੱਚ 6 ਸ਼ਬਦ ਨੇ। ਪਹਿਲਾ ਹੈਗਾ ਚਰਚਾ। ਚਰਚਾ ਦਾ ਮਤਲਬ ਹੁੰਦਾ ਵਿਚਾਰ ਕਰਨਾ। ਤਾਂ ਜਿਵੇਂ ਆਪਾਂ ਇਹਦੇ ਵਿੱਚ ਵਾਕ ਬਣਾ ਸਕਦੇ ਹਾਂ ਕਿ ਦੋਸਤਾਂ ਵਿੱਚ ਅਮਰਨਾਥ ਜਾਣ ਦੀ ਚਰਚਾ ਹੋ ਰਹੀ ਸੀ। ਇਸੇ ਤਰੀਕੇ ਨਾਲ ਅਗਲਾ ਜਿਹੜਾ ਸ਼ਬਦ ਹੈਗਾ ਵਿਰਲੇ ਵਿਰਲੇ, ਜਿਵੇਂ ਆਪਾਂ ਥੱਲੇ ਦੇਖ ਸਕਦੇ ਹੋ ਉਹਦਾ ਆਨਸਰ ਵੀ ਉਹਨੂੰ ਦੂਰ ਦੂਰ ਆਖਦੇ ਵਿਰਲੇ ਵਿਰਲੇ ਨੂੰ। ਤਾਂ ਗੁਲਾਬ ਦੇ ਪੌਦਿਆਂ ਤੇ ਵਿਰਲੇ ਵਿਰਲੇ ਫੁੱਲ ਆਏ ਹਨ, ਮਤਲਬ ਦੂਰ ਦੂਰ ਫੁੱਲ ਆਏ ਹਨ। ਇਸੇ ਤਰੀਕੇ ਨਾਲ ਤੀਜਾ ਸ਼ਬਦ ਹੈਗਾ ਪ੍ਰਬੰਧ, ਜਿਹਦਾ ਮਤਲਬ ਹੁੰਦਾ ਇੰਤਜ਼ਾਮ। ਤਾਂ ਅਮਰਨਾਥ ਯਾਤਰਾ ਸਮੇਂ ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਵੀ ਹੁੰਦਾ। ਅਗਲਾ ਸ਼ਬਦ ਹੈ ਜੀ ਕਤਾਰ। ਕਤਾਰ ਮਤਲਬ ਲਾਈਨ। ਜਿਵੇਂ ਆਪਾਂ ਇਹ 'ਚ ਬਣਾ ਸਕਦੇ ਹਾਂ ਵਾਕ ਕਿ ਸ਼ਾਪਿੰਗ ਮਾਲ ਵਿੱਚ ਬਿੱਲ ਕਟਾਉਣ ਲਈ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਮਤਲਬ ਲਾਈਆਂ ਲੱਗੀਆਂ ਹੋਈਆਂ ਸਨ। ਇਸੇ ਤਰੀਕੇ ਨਾਲ ਪੰਜਵਾਂ ਸ਼ਬਦ ਹੈਗਾ ਜੀ ਬਿੰਦ ਝੱਟ, ਜਿਹਦਾ ਮਤਲਬ ਹੁੰਦਾ ਝਟਪਟ, ਮਤਲਬ ਇੱਕਦਮ। ਤਾਂ ਪਹਾੜਾਂ ਵਿੱਚ ਬਿੰਦ ਝੱਟ ਹੀ ਮੌਸਮ ਬਦਲ ਜਾਂਦਾ ਹੈ ਅਤੇ ਵਰਖਾ ਸ਼ੁਰੂ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਆਪਾਂ ਦਾ 6ਵਾਂ ਸ਼ਬਦ ਹੈਗਾ ਗੜੇ। ਤਾਂ ਗੜੇ ਦਾ ਮਤਲਬ ਹੁੰਦਾ ਬਰਫ਼ ਦੇ ਡਲੇ, ਜਿਹੜੇ ਪੱਕੀਆਂ ਫਸਲਾਂ ਦੇ ਉੱਤੇ ਅਗਰ ਪੈ ਜਾਣ ਤੇ ਉਹਨਾਂ ਦਾ ਬੜਾ ਨੁਕਸਾਨ ਕਰਦੇ। ਜਿਵੇਂ ਆਪਾਂ ਲਿਖਿਆ ਵੀ ਹੈ ਵਾਕ ਵੀ ਪੱਕੀਆਂ ਫਸਲਾਂ ਉੱਤੇ ਗੜੇ ਮਾਰ ਹੋ ਜਾਵੇ ਤਾਂ ਕਿਸਾਨਾਂ ਦਾ ਬੜਾ ਨੁਕਸਾਨ ਹੋ ਜਾਂਦਾ ਹੈ। ਹਾਂਜੀ ਬੱਚਿਓ, ਪੰਜਵਾਂ ਜਿਹੜਾ ਤੁਹਾਡਾ ਕੁਐਸਚਨ ਹੈ ਉਹ ਹੈ ਖਾਲੀ ਥਾਵਾਂ ਭਰੋ। ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪਹਿਲਾ ਜਿਹੜਾ ਤੁਹਾਡਾ ਇਹ ਕਿਤਾਬ ਦੇ ਵਿੱਚੋਂ ਹੀ ਲਾਈਨਾਂ ਦਿੱਤੀਆਂ ਹੁੰਦੀਆਂ, ਉਹ 'ਚ ਤੁਸੀਂ ਖਾਲੀ ਸਥਾਨ ਨੂੰ ਭਰਨਾ ਹੁੰਦਾ। ਜਿਵੇਂ ਪਹਿਲਾ ਸ਼ਬਦ ਜਿਹੜਾ ਹੈਗਾ ਪਹਿਲੀ ਵਾਕ ਉਹ 'ਚ ਦੇਖ ਸਕਦੇ ਹਾਂ ਕਿ ਜਦੋਂ ਮੂੰਹ ਹਨੇਰੇ ਚਨੈਨੀ ਪਹੁੰਚੇ ਤਾਂ ਮਨਮੋਹਕ ਨਜ਼ਾਰੇ ਸ਼ੁਰੂ ਹੋ ਗਏ। ਤਾਂ ਮਨਮੋਹਕ ਜਿਹੜਾ ਹੈ ਇਸ ਦੇ ਵਿੱਚ ਖਾਲੀ ਸਥਾਨ ਤੁਹਾਡਾ ਦਿੱਤਾ ਹੋਇਆ ਸੀ, ਜਿਵੇਂ ਕਿ ਉਹ ਨੀਲੇ ਉਹਦੇ ਵਿੱਚ ਸ਼ਾਹੀ ਦੇ ਨਾਲ ਲਿਖਿਆ ਗਿਆ। ਇਸੇ ਤਰੀਕੇ ਨਾਲ ਦੂਜਾ ਸ਼ਬਦ ਹੈਗਾ ਜੀ, ਦੂਜਾ ਜਿਹੜਾ ਵਾਕ ਹੈ ਰਾਮਬਾਣ ਤੋਂ ਅੱਗੇ 2.5 ਕਿਲੋਮੀਟਰ ਲੰਮੀ ਡੈਸ਼ ਸੁਰੰਗ ਲੰਘਣੀ ਪੈਂਦੀ ਹੈ। ਤਾਂ ਇਹਦੇ ਵਿੱਚ ਆਨਸਰ ਹੈਗਾ ਜਵਾਹਰ ਸੁਰੰਗ ਲੰਘਣੀ ਪੈਂਦੀ ਹੈ। ਇਸੇ ਤਰੀਕੇ ਨਾਲ ਸਾਡਾ ਤੀਜਾ ਜਿਹੜਾ ਹੈਗਾ ਖਾਲੀ ਸਥਾਨ, ਫਿਰ ਯਾਤਰਾ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਡੈਸ਼ ਵੱਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ। ਤਾਂ ਇਹਦੇ ਚ ਜਿਹੜਾ ਆਨਸਰ ਹੈਗਾ ਉਹ ਹੈ ਕਿ ਸ਼੍ਰੀ ਅਮਰਨਾਥ ਸਾਈਨ ਬੋਰਡ ਵੱਲੋਂ ਉਚੇਚੇ ਪ੍ਰਬੰਧ ਕੀਤੇ ਹੋਏ ਸਨ। ਅਗਲਾ ਖਾਲੀ ਸਥਾਨ ਹੈ ਜੀ, ਇੱਕ ਪਾਸੇ ਉੱਚੇ ਡੈਸ਼ ਹਨ ਅਤੇ ਦੂਜੇ ਪਾਸੇ ਡੂੰਘੀਆਂ ਡੈਸ਼। ਤਾਂ ਪਹਿਲੇ ਦੇ ਵਿੱਚ ਆਏਗਾ ਪਹਾੜ ਤੇ ਦੂਜੇ ਪਾਸੇ ਖਾਈਆਂ। ਇਸੇ ਤਰੀਕੇ ਨਾਲ ਪੰਜਵਾਂ ਜਿਹੜਾ ਤੁਹਾਡਾ ਖਾਲੀ ਸਥਾਨ ਹੈ ਤਿਲਕਣ ਤੋਂ ਬਚਾਅ ਲਈ ਡੈਸ਼ ਸਾਥ ਦਿੰਦਾ ਹੈ। ਤਾਂ ਸਾਡੇ ਹੱਥ ਵਿੱਚ ਫੜਿਆ ਹੋਇਆ ਡੰਡਾ ਸਾਡਾ ਸਾਥ ਦਿੰਦਾ ਹੈ। ਹਾਂਜੀ, ਪ੍ਰਸ਼ਨ ਨੰਬਰ 6 ਜੋ ਹੈ ਉਹ ਹੈਗਾ ਕਿ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ
ਵਿੱਚ ਬਦਲ ਕੇ ਲਿਖੋ। ਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਪੰਜਾਬੀ ਦੇ ਸ਼ਬਦ ਦਿੱਤੇ ਹੋਏ ਉਹਨਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਅਸੀਂ ਲਿਖਣਾ। ਤਾਂ ਸਭ ਤੋਂ ਪਹਿਲਾ ਸ਼ਬਦ ਹੈਗਾ ਛੁੱਟੀਆਂ, ਜਿਹਨੂੰ ਆਪਾਂ ਹਿੰਦੀ ਵਿੱਚ ਅਵਕਾਸ਼ ਕਹਿੰਦੇ ਆ ਤੇ ਅੰਗਰੇਜ਼ੀ ਦੇ ਵਿੱਚ ਇਹਨੂੰ ਵਕੇਸ਼ਨਸ ਆਖਿਆ ਜਾਂਦਾ। ਇਸੇ ਤਰੀਕੇ ਨਾਲ ਦੂਜਾ ਸ਼ਬਦ ਹੈਗਾ ਸਮਾਂ, ਜਿਸ ਨੂੰ ਆਪਾਂ ਹਿੰਦੀ ਦੇ ਵਿੱਚ ਸਮੇਂ ਆਖਦੇ ਆ ਤੇ ਇੰਗਲਿਸ਼ ਵਿੱਚ ਇਸ ਨੂੰ ਆਖਦੇ ਆ ਟਾਈਮ। ਇਸੇ ਤਰੀਕੇ ਨਾਲ ਥਰਡ ਸ਼ਬਦ ਹੈਗਾ ਯਾਤਰਾ, ਜਿਸ ਦਾ ਆਪਾਂ ਹਿੰਦੀ ਅਗਰ ਅਨੁਵਾਦ ਕਰੀਏ ਤਾਂ ਉਹਦਾ ਮਤਲਬ ਵੀ ਉਹਦਾ ਜਿਹੜਾ ਮੀਨਿੰਗ ਹੈ, ਉਹਦਾ ਜਿਹੜਾ ਸ਼ਬਦ ਆ ਉਹ ਵੀ ਯਾਤਰਾ ਹੀ ਬਣਦਾ, ਪਰ ਇੰਗਲਿਸ਼ ਵਿੱਚ ਇਸ ਨੂੰ ਟਰੈਵਲ ਆਖਦੇ ਆ। ਇਸੇ ਤਰੀਕੇ ਨਾਲ ਚੌਥਾ ਸ਼ਬਦ ਹੈ ਫਟਾਫਟ, ਜਿਹਨੂੰ ਆਪਾਂ ਹਿੰਦੀ ਦੇ ਵਿੱਚ ਸ਼ੀਘਰ ਆਖਦੇ ਆ ਤੇ ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਆ ਇਮੀਡੀਏਟਲੀ, ਮਤਲਬ ਛੇਤੀ ਛੇਤੀ ਫਟਾਫਟ। ਇਸੇ ਤਰੀਕੇ ਨਾਲ ਪੰਜਵਾਂ ਸ਼ਬਦ ਹੈ ਸੁੰਦਰ, ਤਾਂ ਹਿੰਦੀ ਦੇ ਵਿੱਚ ਵੀ ਇਹ ਸੁੰਦਰ ਹੀ ਹੁੰਦਾ, ਬਟ ਅੰਗਰੇਜ਼ੀ ਵਿੱਚ ਆਪਾਂ ਇਸ ਨੂੰ ਕਹਿੰਦੇ ਆ ਬਿਊਟੀਫੁਲ। ਹਾਂਜੀ, ਤੁਹਾਡੇ ਅਭਿਆਸ ਦਾ ਜਿਹੜਾ ਆਖਰੀ ਪ੍ਰਸ਼ਨ ਹੈ 7ਵਾਂ, ਇਹ ਲਿਖਿਆ ਹੈ ਕਿ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਤੋਂ ਪਹਿਲਾ ਜਿਹੜਾ ਸ਼ਬਦ ਹੈਗਾ ਪ੍ਰਬੰਧ, ਉਹਨੂੰ ਵੀ ਆਪਾਂ ਸਹੀ ਕਰਕੇ ਲਿਖਿਆ, ਰਾਰਾ ਪੈਰ ਦੇ ਵਿੱਚ ਆ ਗਿਆ। ਇਸੇ ਤਰੀਕੇ ਨਾਲ ਸੰਘਣੇ ਦੇ ਵਿੱਚ ਬਹੁਤੇ ਬੱਚੇ ਕੀ ਕਰਦੇ ਨੇ ਕਿ ਗੱਗਾ ਲਗਾ ਦਿੰਦੇ ਆ, ਤਾਂ ਉਹਦੀ ਜਗ੍ਹਾ ਦੇ ਉੱਤੇ ਸਾਡਾ ਇੱਥੇ ਘੱਗਾ ਸ਼ਬਦ ਪ੍ਰਯੋਗ ਹੋਏਗਾ, ਸੰਘਣੇ। ਇਸ ਤਰ੍ਹਾਂ ਹੀ ਤੀਸਰਾ ਸ਼ਬਦ ਹੈਗਾ ਰਸਤਿਓਂ, ਤੇ ਇਹਦੇ ਵਿੱਚ ਊੜੇ ਨੂੰ ਔਂਕੜ ਲਾ ਕੇ ਤੇ ਉੱਪਰ ਬਿੰਦੀ ਪਾਈ ਹੋਏ, ਲੇਕਿਨ ਅਸਲ ਵਿੱਚ ਊੜੇ ਦਾ ਮੂੰਹ ਖੁੱਲ ਜਾਂਦਾ ਹੈ ਜਦੋਂ ਅਸੀਂ ਰਸਤਿਓਂ ਲਿਖਦੇ ਹਾਂ। ਇਸੇ ਤਰੀਕੇ ਨਾਲ ਜਿਹੜਾ ਚੌਥਾ ਸ਼ਬਦ ਹੈ ਬਨਸਪਤੀ, ਬਨਾਸਪਤੀ ਦਾ ਜਿਹੜਾ ਸ਼ਬਦ ਲਿਖਿਆ ਇਹਨਾਂ ਨੇ ਉਹ ਬਨਾਸਪਤੀ ਨਾ ਹੋ ਕੇ ਉਹ ਬਨਸਪਤੀ ਹੁੰਦਾ ਹੈ। ਇਸੇ ਤਰੀਕੇ ਨਾਲ ਪੰਜਵਾਂ ਸ਼ਬਦ ਲਿਖਿਆ ਡੂੰਘੀਆਂ, ਤੋਂ ਗੱਗੇ ਦੀ ਜਗ੍ਹਾ ਦੇ ਉੱਤੇ ਇੱਥੇ ਘੱਗਾ ਸ਼ਬਦ ਪ੍ਰਯੋਗ ਹੋਏਗਾ। ਠੀਕ ਹੈ ਸਟੂਡੈਂਟਸ, ਇਹ ਹੋ ਗਏ ਤੁਹਾਡੇ ਪ੍ਰਸ਼ਨ ਉੱਤਰ। ਔਰ ਜਿਹੜਾ ਸਾਡਾ ਇਹ ਗ੍ਰਾਮਰ ਦੇ ਨਾਲ ਰਿਲੇਟਡ ਇੱਕ ਸਾਡਾ ਚੈਪਟਰ ਤਿਆਰ ਕਰਾਂਗੇ, ਜਿਹਦੇ ਵਿੱਚ ਆਪਾਂ ਸ਼ਬਦ ਗਲਤੀਆਂ ਕਿਵੇਂ ਹੁੰਦੀਆਂ ਤੇ ਉਹਦੇ ਵਿੱਚ ਕਿਵੇਂ ਸੁਧਾਰ ਹੋ ਸਕਦੇ, ਉਹਦੇ ਲਈ ਵੀ ਆਪਾਂ ਇੱਕ ਅਲੱਗ ਚੈਪਟਰ ਤੁਹਾਡੇ ਲਈ ਬਣਾ ਦਾਂਗੇ। ਚਲੋ ਹੁਣ ਅਗਲੇ ਲੈਸਨ ਵਿੱਚ ਆਪਾਂ ਮਿਲਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਤੇ ਅਗਲੇ ਲੈਸਨ ਵਿੱਚ ਮਿਲਾਂਗੇ। ਤੇ ਤੁਸੀਂ ਮੇਰਾ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਅਗਲੀ ਵੀਡੀਓਜ਼ ਜਿਹੜੀਆਂ ਨੇ ਉਹ ਆਸਾਨੀ ਨਾਲ ਮਿਲ ਸਕਣ। ਓਕੇ, ਗੁੱਡ ਬਾਏ।